ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਇਸ ਚੈਨਲ ਜ਼ਰੀਏ ਨਰਿੰਦਰ ਸਿੰਘ ਕਪੂਰ ਹੋਣਾ ਦੇ ਲੇਖ ਪੇਸ਼ ਕਰ ਰਹੇ ਹਾਂ। ਇਸੇ ਲੜੀ ਤਹਿਤ ਅੱਜ ਉਹਨਾਂ ਦਾ ਲੇਖ ਉਦਾਸੀ ਅਤੇ ਦਿਲਗਿਰੀ ਮੈਂ ਜੀਤ ਹਰਜੀਤ ਲੈ ਕੇ ਹਾਜ਼ਰ ਹਾਂ। ਦੋਸਤੋ, ਜੇ ਚੰਗਾ ਲੱਗਿਆ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ। ਜੇ ਮੇਰਾ ਦੂਰ ਕਿਸੇ ਹੋਰ ਧਰਤੀ ਦੇ ਲੋਕਾਂ ਨਾਲ ਸੰਪਰਕ ਜੁੜ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਾਂਗਾ ਕਿ ਤੁਸੀਂ ਵੀ ਸਾਡੇ ਵਾਂਗ ਉਦਾਸ ਤੇ ਦਿਲਗੀਰ ਹੁੰਦੇ ਹੋ ਸਕਦਾ ਹੈ ਉਹ ਸਾਡੇ ਨਾਲੋਂ ਵੀ ਵੱਧ ਖੁਸ਼ਹਾਲ ਹੋਣ ਅਤੇ ਇਸੇ ਕਰਕੇ ਸਾਡੇ ਨਾਲੋਂ ਵੀ ਵੱਧ ਦਿਲਗੀਰ ਅਤੇ ਉਦਾਸ ਹੋਣ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਅਜੇ ਸਬੂਤੇ ਹੋਣ ਅਤੇ ਉਹਨਾਂ ਨੂੰ ਦਿਲਗੀਰੀ ਦਾ ਉੱਕਾ ਹੀ ਕੋਈ ਅਨੁਭਵ ਨਾ ਹੋਵੇ। ਮੈਂ ਉਹਨਾਂ ਨੂੰ ਇਹ ਦੱਸਾਂਗਾ ਕਿ ਹੁਣ ਅਸੀਂ ਸਭ ਕੁਝ ਬਣਾ ਸਕਦੇ ਹਾਂ ਅਤੇ ਸਾਡੇ ਕੋਲ ਸਭ ਕੁਝ ਹੈ, ਪਰ ਸਾਡੇ ਮਨ ਦੀਆਂ ਗਲੀਆਂ ਵਿੱਚ ਹੁਣ ਕੋਈ ਬੁਲਬੁਲ ਨਹੀਂ ਬੋਲਦੀ। ਸਾਡੀਆਂ ਕਬਰਾਂ ਵਿੱਚ ਹੁਣ ਸਾਡੇ ਘਰਾਂ ਨਾਲੋਂ ਵਧੇਰੇ ਰੌਣਕ ਹੈ। ਹੁਣ ਸਾਨੂੰ ਨਾ ਧੀਆਂ ਦੀ ਉਡੀਕ ਹੈ, ਨਾ ਤੀਆਂ ਦੀ, ਨਾ ਸਾਡੇ ਕੋਲ ਚਸ਼ਮਿਆਂ ਵਾਲੇ ਚਾਹ ਹਨ, ਨਾ ਦਰਿਆਵਾਂ ਚਾਹੇ ਦਿਲ। ਅਸੀਂ ਜਿੱਥੇ ਜਾ ਕੇ ਵਹਿਣਾ ਸੀ ਉਹ ਟਾਹਣ ਵੀ ਟੁੱਟ ਗਏ ਹਨ। ਮੈਂ ਇਹ ਵੀ ਦੱਸਾਂਗਾ ਕਿ ਹੁਣ ਸਾਡੇ ਘਰਾਂ ਵਿੱਚ ਹਲਦੀ ਰੰਗੇ ਖੱਤ ਨਹੀਂ ਆਉਂਦੇ। ਹੁਣ ਸਾਵਣ ਦੇ ਮਹੀਨੇ ਸਾਡੀ ਪੈਲੀ ਵਿੱਚ ਮੋਰ ਨਹੀਂ ਨੱਚਦੇ। ਹੁਣ ਸਾਡੇ ਸੁਪਨੇ ਸਾਡੇ ਵਾਂਗ ਹੀ ਸਤੀ ਹੋ ਰਹੇ ਹਨ। ਜੇ ਅਸੀਂ ਅੰਬਾਂ ਨੂੰ ਵੱਢ ਕੇ ਅੱਕਾਂ ਦੀ ਵਾੜ ਕਰ ਲਈ ਹੈ ਤਾਂ ਪੀਂਘਾਂ ਨੇ ਪਿੱਪਲਾਂ ਨੂੰ ਡੰਗਣਾ ਹੀ ਹੈ। ਮਾਵਾਂ ਨੇ ਢਲਦੀਆਂ ਛਾਵਾਂ ਬਣਨਾ ਹੀ ਹੈ। ਕਾਵਾਂ ਨੇ ਘੁੱਗੀਆਂ ਦਿਆਲ ਨੇ ਉਜਾੜਨੇ ਹੀ ਹਨ। ਪੱਗਾਂ ਲੀਰੋ ਲੀਰ ਹੋਣੀਆਂ ਹੀ ਹਨ। ਚੁੰਨੀਆਂ ਨੇ ਪਾਟਣਾ ਹੀ ਹੈ। ਵੰਗਾਂ ਨੇ ਵੈਣ ਪਾਉਣੇ ਹੀ ਹਨ। ਹੁਣ ਰੁੱਸ ਗਿਆ ਨੇ ਮੁੜ ਕੇ ਨਹੀਂ ਆਉਣਾ। ਹੁਣ ਮਰ ਗਿਆ ਨੇ ਨਹੀਂ ਲੱਭਣਾ। ਸਾਡੀ ਰੂਹ ਨੇ ਵਿਰੰਗੀ ਚਿੱਠੀ ਵਾਂਗ ਰੋਲਣਾ ਹੀ ਹੈ। ਭਾਵੇਂ ਮਨ ਦੇ ਵਿਹੜੇ ਵਿੱਚ ਚੰਦਨ ਦੇ ਕਿਤਨੇ ਹੀ ਬੂਟੇ ਲਾ ਦਈਏ ਅਤੇ ਬਚਾਓ ਦੇ ਕਿਤਨੇ ਹੀ ਢੰਗ ਤਰੀਕੇ ਵਰਤ ਲਈਏ, ਇਹ ਵਿਹੜੇ ਸੁੰਨੇ ਹੋ ਹੀ ਜਾਂਦੇ ਹਨ। ਮਨ ਦੇ ਕਈ ਮੌਸਮ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਸਾਵਾਂ ਨਾਲੋਂ ਹੌਂਕੇ ਲੰਮੇ ਹੋ ਜਾਂਦੇ ਹਨ। ਜਦੋਂ ਅਣਕਿਆਸੀਆਂ ਘਟਨਾਵਾਂ ਮਨੁੱਖ ਨੂੰ ਘੇਰ ਲੈਂਦੀਆਂ ਹਨ ਤਾਂ ਇਹਨਾਂ ਦੇ ਬੋਝ ਥੱਲੇ ਮਨੁੱਖ ਦਬ ਜਾਂਦਾ ਹੈ। ਜਦੋਂ ਸਾਡੇ ਸਾਰੇ ਧਿਆਨ ਦੇ ਬਾਵਜੂਦ ਕੁਝ ਸਿੱਧਾ ਪੂਰੀ ਤਰ੍ਹਾਂ ਉਲਟ ਹੋ ਜਾਂਦਾ ਹੈ ਅਤੇ ਕੁਝ ਅਰਸੇ ਲਈ ਸਾਡੇ ਆਲੇ ਦੁਆਲੇ ਦੇ ਜਗਤ ਨਾਲੋਂ ਨਾਤਾ ਟੁੱਟ ਜਾਂਦਾ ਹੈ ਤਾਂ ਅਸੀਂ ਮਨ ਦੀਆਂ ਧੁਰ ਅੰਦਰਲੀਆਂ ਗਲੀਆਂ ਵਿੱਚੋਂ ਦਿਲਗੀਰ ਦੀ ਬੋਕਲ ਵਿੱਚ ਜਾ ਬਹਿੰਦੇ ਹਾਂ। ਅਜਿਹੀ ਸਥਿਤੀ ਵਿੱਚ ਅਸੀਂ ਜੀਵਨ ਦੇ ਉੱਚੇ ਆਦਰਸ਼ਾਂ ਬਾਰੇ ਨਹੀਂ ਸੋਚਦੇ। ਅਸੀਂ ਆਪਣੀ ਹੋਂਦ ਬਣਾਈ ਰੱਖਣ ਦੀ ਜੱਦੋ-ਜਹਿਦ ਵਿੱਚ ਗੁਆਚ ਜਾਂਦੇ ਹਾਂ। ਜਦੋਂ ਦੁਆ ਅਤੇ ਬੋਝ ਸਹਿਣਾ ਸੰਭਵ ਨਾ ਹੋਵੇ ਤਾਂ ਜੀਵਨ ਡਰਾਉਣਾ ਅਤੇ ਮੌਤ ਵਾਂਗ ਨਿੱਘੀ ਲੱਗਣ ਲੱਗ ਪੈਂਦੀ ਹੈ। ਅਸੀਂ ਆਪਣੇ ਜੀਵਨ ਵਿੱਚ ਮੌਤ ਨਾਲ ਲੁਕਣ ਵਿੱਚ ਹੀ ਖੇਡ ਰਹੇ ਹਾਂ। ਹਰ ਮਨੁੱਖ ਦੀ ਸਮੁੱਚੀ ਮਾਨਵ ਜਾਤੀ ਨਾਲ ਇਸ ਆਧਾਰ ਉੱਤੇ ਸਾਂਝ ਹੈ ਕਿ ਅਸੀਂ ਸਾਰੇ ਦਿਲਗੀਰ ਹੁੰਦੇ ਹਾਂ। ਅਸੀਂ ਜੀਵਨ ਨੂੰ ਸਥਿਰ ਕਰਨਾ ਲੋਚਦੇ ਹਾਂ, ਪਰ ਜੀਵਨ ਦੀਆਂ ਨਵੀਆਂ ਪਰਿਸਥਿਤੀਆਂ ਨਾਲ ਸਾਨੂੰ ਅਸਥਿਰ ਕਰਦਾ ਰਹਿੰਦਾ ਹੈ। ਮਨੁੱਖ ਸਾਡੇ ਸਾਕ ਸੰਬੰਧੀ ਰਿਸ਼ਤੇਦਾਰ ਆਦਿ ਸਾਡੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਮਦਦ ਕਰਦੇ ਹਨ, ਪਰ ਸਾਡੀਆਂ ਬਹੁਤੀਆਂ ਸਮੱਸਿਆਵਾਂ ਵੀ ਇਹੀ ਪੈਦਾ ਕਰਦੇ ਹਨ। ਆਪਣੀ ਹਰ ਸਮੱਸਿਆ ਦੇ ਕੇਂਦਰ ਵਿੱਚ ਅਸੀਂ ਆਪ ਹੁੰਦੇ ਹਾਂ। ਸਾਡੀਆਂ ਸਮੱਸਿਆਵਾਂ ਸਾਡੀਆਂ ਆਪਣੀਆਂ ਹੀ ਸਿਰਜੀਆਂ ਹੁੰਦੀਆਂ ਹਨ, ਪਰ ਜਦੋਂ ਉਹਨਾਂ ਦੇ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਮਨੁੱਖੀ ਆਦਤ ਵਸ ਅਸੀਂ ਮੁਕਰਨ ਦਾ ਯਤਨ ਕਰਦੇ ਹਾਂ। ਪਰ ਜ਼ਿੰਦਗੀ ਸਾਨੂੰ ਘੇਰ ਕੇ ਜਦੋਂ ਖਲੋ ਜਾਂਦੀ ਹੈ ਤਾਂ ਅਸੀਂ ਵਿਰਲਾਪ ਕਰਦੇ ਹਾਂ। ਜਿਸ ਸਮੇਂ ਸੋਚ ਸਮਝ ਕੇ ਫੈਸਲਾ ਕਰਨ ਦੀ ਲੋੜ ਹੁੰਦੀ ਹੈ, ਅਸੀਂ ਭਾਵੁਕ ਹੋ ਕੇ ਉਸ ਸਮੇਂ ਆਪਣੇ ਮਹਾਨ ਹੋਣ ਦਾ ਭਰਮ ਪਾਲਦੇ ਹਾਂ। ਪਰ ਜਦੋਂ ਉਦਾਸੀ ਅਤੇ ਦਿਲਗਿਰੀ ਕਿਸੇ ਵੀ ਰੂਪ ਵਿੱਚ ਤੇਜ਼ ਚਾਲ ਚੱਲ ਕੇ ਸਾਡੇ ਬਰਾਬਰ ਆ ਜਾਂਦੀ ਹੈ ਤਾਂ ਅਸੀਂ ਲੜਖੜਾ ਜਾਂਦੇ ਹਾਂ। ਜ਼ਿੰਦਗੀ ਗਲਤੀਆਂ ਕਰਨ ਦੀ ਖੁੱਲ੍ਹ ਤਾਂ ਦਿੰਦੀ ਹੈ, ਪਰ ਉਹਨਾਂ ਦੇ ਨਤੀਜੇ ਭੁਗਤਣ ਵਿੱਚ ਕੋਈ ਰਿਆਇਤ ਨਹੀਂ ਕਰਦੀ ਅਤੇ ਸਾਡਾ ਇੱਕ ਪਰ ਕੱਟ ਕੇ ਕਹਿੰਦੀ ਹੈ, ਹੁਣ ਉੱਡ ਕੇ ਵਿਖਾਓ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਧਰਤੀ ਨੂੰ ਛੱਡ ਕੇ ਕਿਧਰੇ ਹੋਰ ਵਸ ਨਹੀਂ ਸਕਦੇ। ਇਹ ਬੇਵਸੀ ਸਾਨੂੰ ਦਿਲਗੀਰ ਬਣਾਉਂਦੀ ਹੈ। ਇਹ ਮਜਬੂਰੀ ਸਾਨੂੰ ਉਦਾਸ ਕਰਦੀ ਹੈ। ਜੋ ਕੁਝ ਸਾਨੂੰ ਲੋੜ ਹੈ, ਜੋ ਕੁਝ ਅਸੀਂ ਚਾਹੁੰਦੇ ਹਾਂ, ਜੋ ਕੁਝ ਸਾਨੂੰ ਮਿਲਦਾ ਹੈ, ਤਿੰਨ ਵੱਖ-ਵੱਖ ਵਰਤਾਰੇ ਹਨ।
ਇਹ ਕਦੀ ਵੀ ਇਕਸੁਰ ਨਹੀਂ ਹੁੰਦੇ। ਜੋ ਕੁਝ ਸਾਨੂੰ ਲੋੜ ਹੁੰਦਾ ਹੈ ਅਸੀਂ ਲੈਣ ਲਈ ਤਿਆਰ ਨਹੀਂ ਹੁੰਦੇ। ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਦੇ ਅਸੀਂ ਯੋਗ ਨਹੀਂ ਹੁੰਦੇ, ਅਤੇ ਜੋ ਸਾਨੂੰ ਮਿਲਦਾ ਹੈ ਉਹ ਅਸੀਂ ਕਦੀ ਚਾਹਿਆ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਅਸੀਂ ਕਦੇ ਆਪਣੇ ਭਾਗਾਂ ਨੂੰ ਕੋਸਦੇ ਹਾਂ, ਕਦੀ ਸਮਾਜ ਨੂੰ ਦੋਸ਼ ਦਿੰਦੇ ਹਾਂ। ਇਵੇਂ ਅਸੀਂ ਸ਼ਕਤੀਸ਼ਾਲੀ ਬਣਨ ਦੀ ਇੱਛਾ ਵਿੱਚ ਨਿਰਬਲ ਹੋ ਜਾਂਦੇ ਹਾਂ। ਇਸ ਸਥਿਤੀ ਵਿੱਚ ਆਲੇ ਦੁਆਲੇ ਨਾਲ ਸਾਡਾ ਰਿਸ਼ਤਾ ਵਿਰੋਧ ਵਾਲਾ ਹੋ ਨਿਬੜਦਾ ਹੈ। ਜੋ ਅਸੀਂ ਬਦਲਣਾ ਚਾਹੁੰਦੇ ਹਾਂ ਉਹ ਬਦਲਿਆ ਨਹੀਂ ਜਾ ਸਕਦਾ, ਪਰ ਜੋ ਬਦਲਿਆ ਜਾ ਸਕਦਾ ਹੁੰਦਾ ਹੈ ਉਹ ਅਸੀਂ ਬਦਲਣਾ ਨਹੀਂ ਚਾਹੁੰਦੇ। ਅਜਿਹੀ ਬੰਦ ਗਲੀ ਵਿੱਚ ਜਦੋਂ ਕੋਈ ਰਾਹ ਵਿਖਾਈ ਨਹੀਂ ਦਿੰਦਾ ਤਾਂ ਅਸੀਂ ਆਪਣੇ ਆਪ ਨੂੰ ਨਿਰਾਸ਼ ਅਤੇ ਨਿਤਾਣਾ ਮਹਿਸੂਸ ਕਰਦੇ ਹਾਂ। ਨਿਆਸਰਾਪਣ ਅਤੇ ਨਿਤਾਣਾਪਣ ਦਿਲਗੀਰ ਵੱਲ ਜਾਂਦੇ ਰਾਹ ਹਨ। ਇੱਕ ਪੱਖ ਤੋਂ ਸਾਰੇ ਹੀ ਰੋਗੀ ਹਾਂ, ਕੋਈ ਘੱਟ ਕੋਈ ਵੱਧ। ਸਾਡਾ ਵਖਰੇਵਾਂ ਇਸ ਗੱਲ ਵਿੱਚ ਹੈ ਕਿ ਸਾਨੂੰ ਵੱਖ-ਵੱਖ ਸਮਿਆਂ ਤੇ ਦਿਲਗੀਰ ਦੀ ਸਥਿਤੀ ਵਿੱਚ ਵਿਚਰਨਾ ਪੈਂਦਾ ਹੈ। ਚੰਗੀ ਨਰੋਈ ਅਰੋਗ ਸਿਹਤ ਸੁਪਨਾ ਹੈ, ਵਾਸਤਵਿਕਤਾ ਨਹੀਂ। ਦੂਜਿਆਂ ਨਾਲ ਸਦੀਵੀ ਸੁਖਾਵੇਂ ਸੰਬੰਧ ਵੀ ਇੱਕ ਸੁਪਨਾ ਹਨ। ਜੀਵਨ ਦੇ ਭਵਜਲ ਇਤਨੇ ਹਨ ਕਿ ਕਿਸੇ ਪੱਤਨ ਤੇ ਪਹੁੰਚਣਾ ਵੀ ਇੱਕ ਸੁਪਨਾ ਹੀ ਹੈ। ਵਾਸਤਵਿਕਤਾ ਇਹ ਹੈ ਕਿ ਅਸੀਂ ਸਾਰਿਆਂ ਨੇ ਅੰਤ ਨੂੰ ਉਖੜੇ ਹੋਏ ਬੂਹਿਆਂ ਵਾਂਗ, ਮਲਵਾ ਹੋਏ ਮਕਾਨਾਂ ਵਾਂਗ, ਫਟੀ ਹੋਈ ਪੁਰਾਣੀ ਅਖਬਾਰ ਵਾਂਗ ਅਤੇ ਬਿਨਾਂ ਤਲੇ ਦੇ ਬਾਲਟੀ ਵਾਂਗ ਹੋ ਨਿਬੜਨਾ ਹੈ। ਇਹ ਵੀ ਵਾਸਤਵਿਕਤਾ ਹੈ ਕਿ ਸਾਡੇ ਸਾਰੇ ਸੁਪਨੇ ਇੱਕ ਇੱਕ ਕਰਕੇ ਟੁੱਟਦੇ ਹਨ। ਸਾਰੇ ਗੂੜੇ ਰੰਗ ਅੰਤ ਨੂੰ ਫਿੱਕੇ ਹੋ ਜਾਂਦੇ ਹਨ। ਜਦੋਂ ਵਾਸਤਵਿਕਤਾ ਵਾਪਰਨੀ ਹੈ ਉਸ ਸਮੇਂ ਅਸੀਂ ਉਦਾਸ ਹੋਣਾ ਹੀ ਹੈ। ਅਜਿਹੇ ਅਨੁਭਵ ਤੋਂ ਬਚਿਆ ਨਹੀਂ ਜਾ ਸਕਦਾ। ਸੋ ਦਿਲਗੀਰੀ ਜੀਵਨ ਦੀ ਵਾਸਤਵਿਕਤਾ ਹੈ ਤੇ ਖੁਸ਼ੀ ਇੱਕ ਸੁਪਨਾ ਹੈ। ਅਸੀਂ ਵਾਸਤਵਿਕਤਾ ਤੋਂ ਸੁਪਨੇ ਵੱਲ ਜਿਉਂ-ਜਿਉਂ ਸਫ਼ਰ ਕਰਦੇ ਹਾਂ ਤਿਉਂ-ਤਿਉਂ ਪੰਧ ਲੰਮੇਰਾ ਅਤੇ ਕਠਿਨ ਹੁੰਦਾ ਜਾਂਦਾ ਹੈ। ਇਸੇ ਕਰਕੇ ਸਾਨੂੰ ਭਰਮ ਪਾਲਣ ਦੀ ਲੋੜ ਹੁੰਦੀ ਹੈ। ਜਿਹੜੇ ਖੁਸ਼ ਪ੍ਰਤੀਤ ਹੋ ਰਹੇ ਹਨ ਉਹ ਅਸਲ ਵਿੱਚ ਭਰਮ ਪਾਲ ਰਹੇ ਹਨ, ਅਤੇ ਜਿਹੜੇ ਨਿਰਾਸ਼ ਪ੍ਰਤੀਤ ਹੋ ਰਹੇ ਹਨ ਉਹਨਾਂ ਤੋਂ ਉਹਨਾਂ ਦੇ ਭਰਮ ਗੁਆਚ ਚੁੱਕੇ ਹਨ, ਉਹਨਾਂ ਦੇ ਸੁਪਨੇ ਟੁੱਟ ਗਏ ਹਨ। ਜਦੋਂ ਸਾਡੇ ਸੁਪਨੇ ਟੁੱਟਦੇ ਹਨ ਤਾਂ ਅਸੀਂ ਦਿਲਗੀਰ ਹੁੰਦੇ ਹਾਂ। ਇਸ ਸਥਿਤੀ ਵਿੱਚ ਕਈ ਸਾਨੂੰ ਬਿਮਾਰ ਸਮਝਦੇ ਹਨ ਤੇ ਕਈ ਪਾਗਲ। ਬੀਤੇ ਹੋਏ ਸਮਿਆਂ ਵਿੱਚ ਦਿਲਗੀਰ ਹੋਣਾ ਪਾਪ ਸਮਝਿਆ ਜਾਂਦਾ ਸੀ। ਧਰਮ ਜਿਹੜਾ ਸੁਪਨਾ ਉਸਾਰਦਾ ਸੀ ਜਾਂ ਜਿਹੜਾ ਭਰਮ ਸਿਰਜਦਾ ਸੀ ਉਹ ਬੜਾ ਹੰਢਣਸਾਰ ਹੋਇਆ ਕਰਦਾ ਸੀ। ਅਜੋਕੇ ਮਨੁੱਖ ਦੀ ਦਿਲਗੀਰੀ ਦਾ ਕਾਰਨ ਇਹ ਹੈ ਕਿ ਉਸ ਦੇ ਸਾਹਮਣੇ ਨਾ ਕੋਈ ਸਦੀਵੀ ਸੁਪਨਾ ਹੈ, ਨਾ ਕੋਈ ਚਿਰੰਜੀਵ ਭਰਮ। ਉਹ ਟੁੱਟੇ ਭਰਮਾਂ ਦੇ ਮਾਰੂਥਲ ਵਿੱਚ ਭਟਕੇ ਯਾਤਰੂ ਵਾਂਗ ਹੈ। ਅਜਿਹੇ ਯੁੱਗ ਵਿੱਚ ਇਹ ਵਰਤਾਰਾ ਲਗਭਗ ਹਰ ਕਿਸੇ ਨਾਲ ਵਾਪਰ ਰਿਹਾ ਹੈ। ਭਰਮ ਅਤੇ ਸੁਪਨੇ ਉਸਾਰਨ ਦੇ ਯਤਨ ਬੜੇ ਕੀਤੇ ਜਾ ਰਹੇ ਹਨ, ਪਰ ਸਫਲਤਾ ਨਹੀਂ ਮਿਲ ਰਹੀ। ਗਿਆਨ ਨੇ ਮਨੁੱਖ ਨੂੰ ਬੇਚੈਨ ਕੀਤਾ ਹੈ ਤੇ ਭੋਲੇਪਨ ਦੇ ਯੁੱਗ ਵੱਲ ਮੁੜਨ ਦੇ ਮਨੁੱਖ ਦੇ ਸਾਰੇ ਯਤਨ ਨਿਸਫਲ ਹੋ ਰਹੇ ਹਨ। ਮਨ ਦੇ ਪੱਖੋਂ ਹੁਣ ਹਰ ਕੋਈ ਉਦਾਸ ਹੈ। ਸਾਵੇਂ ਸੰਤੁਲਿਤ ਸੰਬੰਧਾਂ ਵਿੱਚ ਸਬੂਤੇ ਵਿਚਰਨ ਦੀ ਸਮਰੱਥਾ ਦੇ ਘਟ ਜਾਣ ਨਾਲ ਅੱਗੇ ਜਾਣ ਨੂੰ ਮਨ ਕਰਦਾ ਹੈ, ਨਾ ਪਿੱਛੇ ਮੁੜਿਆ ਜਾ ਸਕਦਾ ਹੈ। ਜਦੋਂ ਘਰ ਦੇ ਵਾਤਾਵਰਣ ਵਿੱਚ ਦਿਲਗੀਰੀ ਹੋਵੇ ਤਾਂ ਇਸ ਦੇ ਬੱਚਿਆਂ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਹੈ, ਅਤੇ ਅਜਿਹੇ ਬੱਚੇ ਵੀ ਜੀਵਨ ਪ੍ਰਤੀ ਮਾਪਿਆਂ ਵਾਲਾ ਦ੍ਰਿਸ਼ਟੀਕੋਣ ਅਪਣਾਉਂਦੇ ਹਨ ਅਤੇ ਉਹਨਾਂ ਵਸਤਾਂ ਅਤੇ ਵਰਤਾਰਿਆਂ ਵਿੱਚੋਂ ਤਸੱਲੀ ਲੱਭਦੇ ਹਨ ਜਿਹੜੇ ਮਾਪਿਆਂ ਨੂੰ ਪ੍ਰਵਾਨ ਨਹੀਂ ਹੁੰਦੇ। ਜਦੋਂ ਮਾਪਿਆਂ ਕੋਲ ਜੀਵਨ ਦੀ ਕੋਈ ਸੇਧ ਨਹੀਂ ਹੁੰਦੀ ਤਾਂ ਬੱਚਿਆਂ ਦੇ ਕੁਰਾਹੇ ਪੈਣਾ ਰੋਕਿਆ ਨਹੀਂ ਜਾ ਸਕਦਾ। ਜਦੋਂ ਲਾਡ ਨਾਲ ਪਾਲੇ ਬੱਚਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਚੋਰੀ ਕਰਨ ਲਈ ਮਜਬੂਰ ਹੁੰਦੇ ਹਨ। ਉਹਨਾਂ ਦੀਆਂ ਅਜਿਹੀਆਂ ਆਦਤਾਂ ਮਾਪਿਆਂ ਨੂੰ ਪਰੇਸ਼ਾਨ ਕਰਦੀਆਂ ਹਨ, ਪਰ ਮਾਪੇ ਭੁੱਲ ਜਾਂਦੇ ਹਨ ਕਿ ਅਜਿਹੀਆਂ ਆਦਤਾਂ ਪੈਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਹੀ ਆਪਣੀ ਦੁਨੀਆ ਮਿੱਥ ਲੈਂਦੇ ਹਾਂ ਤਾਂ ਅਸੀਂ ਆਪਣੀ ਦੁਨੀਆ ਨੂੰ ਬਹੁਤ ਛੋਟਾ ਕਰ ਲੈਂਦੇ ਹਾਂ। ਚਿੰਤਾ ਨਾਲ ਅਸੀਂ ਸਮੱਸਿਆਵਾਂ ਉਪਜਾਉਂਦੇ ਹਾਂ ਅਤੇ ਸਮੱਸਿਆਵਾਂ ਨਾਲ ਚਿੰਤਾ ਵਧਾਉਂਦੇ ਹਾਂ। ਇਸ ਸਥਿਤੀ ਵਿੱਚ ਅਵਸਰ ਵੀ ਸਮੱਸਿਆਵਾਂ ਬਣ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸਮਝਣ ਤੋਂ ਇਨਕਾਰੀ ਹਾਂ ਅਤੇ ਆਪਣੇ ਆਪ ਤੋਂ ਬਹੁਤ ਦੂਰ ਰਹਿ ਕੇ ਜਿਉਣਾ ਚਾਹੁੰਦੇ ਹਾਂ। ਸਾਡੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਦਾ ਇਲਾਜ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸਮਝਦੇ। ਅਸੀਂ ਆਪਣੀ ਵਾਸਤਵਿਕਤਾ ਜਾਣਨ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਅਜਿਹਾ ਹੋਣ ਦੀ ਸੂਰਤ ਵਿੱਚ ਅਸੀਂ ਆਪਣੀਆਂ ਨਜ਼ਰਾਂ ਵਿੱਚ ਆਪ ਹੀ ਡਿੱਗ ਪਵਾਂਗੇ। ਸਾਨੂੰ ਆਪਣੇ ਸਾਜ਼ਿਸ਼ੀ
ਵਿਹਾਰਾਂ, ਆਪਣੀਆਂ ਲੁੰਬੜ ਚਾਲਾਂ, ਕਮੀਨੀਆਂ ਹਰਕਤਾਂ, ਜਾਣ-ਬੁੱਝ ਕੇ ਬੋਲਾਂ, ਝੂਠਾਂ, ਮਾੜੀਆਂ ਨੀਅਤਾਂ ਅਤੇ ਬੇਸ਼ਰਮ ਹਰਕਤਾਂ ਦੇ ਸਨਮੁਖ ਖਲੋਣਾ ਪਵੇਗਾ। ਅਜਿਹੀ ਹਿੰਮਤ ਕਿਸੇ ਵਿੱਚ ਨਹੀਂ ਹੁੰਦੀ। ਅਜਿਹੀ ਹਿੰਮਤ ਦੀ ਅਣਹੋਂਦ ਕਾਰਨ ਹੀ ਅਸੀਂ ਆਪਣੀਆਂ ਸ਼ਕਤੀਆਂ, ਸਮਰੱਥਾਵਾਂ ਅਤੇ ਗੁਣਾਂ ਦੇ ਖੂਹ ਨਹੀਂ ਗੇੜ ਸਕਦੇ। ਸਾਨੂੰ ਆਪਣੀਆਂ ਸਮੱਸਿਆਵਾਂ, ਉਦਾਸੀਆਂ ਅਤੇ ਦਿਲਗੀਰੀਆਂ ਦੇ ਅਸਲ ਕਾਰਨਾਂ ਦਾ ਪਤਾ ਹੁੰਦਾ ਹੈ, ਪਰ ਦੂਜਿਆਂ ਨੂੰ ਦੱਸਣਾ ਤਾਂ ਇੱਕ ਪਾਸੇ ਰਿਹਾ, ਅਸੀਂ ਆਪ ਵੀ ਕਾਰਨਾਂ ਨੂੰ ਨਹੀਂ ਜਾਣਦੇ। ਸੋ ਹੈਰਾਨੀ ਦੀ ਗੱਲ ਨਹੀਂ ਕਿ ਸਾਡੀ ਦਿਲਗੀਰੀ ਨਹੀਂ ਮੁੱਕਦੀ, ਸਾਡੇ ਰੋਗ ਨਹੀਂ ਘਟਦੇ। ਕਈ ਇਸਤਰੀਆਂ ਵਿੱਚ ਮਾਂ ਬਣਨ ਦੀ ਇੱਛਾ ਤਾਂ ਹੁੰਦੀ ਹੈ, ਪਰ ਇਹ ਇੱਛਾ ਸਮਾਜਿਕ ਪ੍ਰਭਾਵਾਂ ਅਧੀਨ ਹੀ ਹੁੰਦੀ ਹੈ, ਉਹਨਾਂ ਦੇ ਅੰਦਰੋਂ ਨਹੀਂ ਜਾਗਦੀ। ਕਈ ਇਸਤਰੀਆਂ ਬੱਚਿਆਂ ਨੂੰ ਨਫ਼ਰਤ ਕਰਦੀਆਂ ਹਨ, ਪਰ ਮਮਤਾ ਦਾ ਪਾਖੰਡ ਕਰਨ ਲਈ ਮਜਬੂਰ ਹਨ। ਜੇ ਕੋਈ ਇਸਤਰੀ ਸੱਚ ਬੋਲੇ ਤਾਂ ਸਾਰਾ ਸਮਾਜ ਉਸ ਦੇ ਵਿਰੁੱਧ ਹੋ ਜਾਵੇਗਾ, ਪਰ ਅਜਿਹੀ ਇਸਤਰੀ ਜਦੋਂ ਮਜਬੂਰੀ ਬਸ ਮਾਂ ਬਣ ਜਾਂਦੀ ਹੈ ਤਾਂ ਉਹ ਖੁਸ਼ ਘੱਟ ਅਤੇ ਉਦਾਸ ਵਧੇਰੇ ਹੁੰਦੀ ਹੈ। ਉਹ ਭਾਵੁਕ ਪੱਖੋਂ ਇਤਨੀ ਡਾਵਾਂਡੋਲ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਰਹਿੰਦਾ। ਇਸ ਅਵਸਥਾ ਵਿੱਚ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੂਰੋਂ ਹੀ ਵੇਖਦੀ ਹੈ, ਨੇੜੇ ਹੋ ਕੇ ਆਪਣੇ ਆਪ ਨੂੰ ਵੇਖਣ ਦੀ ਉਸ ਵਿੱਚ ਹਿੰਮਤ ਨਹੀਂ ਰਹਿੰਦੀ। ਦੁਚਿੱਤੀ ਦੀ ਅਵਸਥਾ ਦਿਲਗੀਰੀ ਦਾ ਇੱਕ ਵੱਡਾ ਕਾਰਨ ਹੈ। ਦੁਚਿੱਤੀ ਦਾ ਸੰਤਾਪ ਕੇਵਲ ਮਨੁੱਖ ਨੂੰ ਹੰਢਾਉਣਾ ਪੈਂਦਾ ਹੈ। ਜਦੋਂ ਕਿ ਇੱਕ ਅਜਿਹੀਆਂ ਚੰਗੀਆਂ ਜਾਂ ਮਾੜੀਆਂ ਸਥਿਤੀਆਂ ਵਿੱਚੋਂ ਚੋਣ ਕਰਨੀ ਪਵੇ ਤਾਂ ਅਸੀਂ ਅੰਦਰੋਂ ਬਾਹਰੋਂ ਇਕੱਲੇ ਹੋ ਜਾਂਦੇ ਹਾਂ। ਜਦੋਂ ਅਸੀਂ ਕੋਈ ਚੋਣ ਕਰਦੇ ਹਾਂ ਤਾਂ ਅੰਤਾਂ ਦੇ ਦੁਖੀ ਹੋ ਕੇ ਕਰਦੇ ਹਾਂ ਅਤੇ ਇੱਕ ਪਛਤਾਵਾ ਸਾਡੇ ਧੁਰ ਅੰਦਰ ਤੱਕ ਵਹਿ ਜਾਂਦਾ ਹੈ। ਇਹ ਅਵਸਥਾ ਜਿਨ੍ਹਾਂ ਨੂੰ ਹੰਢਾਉਣੀ ਪਈ ਹੈ, ਇਸ ਦਾ ਦਰਦ ਉਹੀ ਜਾਣਦੇ ਹਨ। ਜਿਹੜੇ ਉੱਪਰੋਂ ਖੁਸ਼ ਰਹਿਣੇ ਪ੍ਰਤੀਤ ਹੁੰਦੇ ਹਨ, ਉਹ ਅੰਦਰੋਂ ਦਿਲਗੀਰ ਹੁੰਦੇ ਹਨ। ਲੋਕਾਂ ਦਾ ਸਾਥ ਮਾਨਣ ਲਈ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਨ, ਪਰ ਕਿਉਂਕਿ ਅਸਲੀਅਤ ਬਹੁਤ ਚਿਰ ਛੁਪਾਈ ਨਹੀਂ ਜਾ ਸਕਦੀ, ਸੋ ਉਹ ਇਕੱਲੇ ਰਹਿ ਜਾਂਦੇ ਹਨ। ਅੰਦਰੋਂ ਉਹ ਪਹਿਲਾਂ ਵੀ ਇਕੱਲੇ ਹੀ ਸਨ, ਪਰ ਜਦੋਂ ਬਾਹਰੋਂ ਵੀ ਇਕੱਲੇ ਹੋ ਜਾਣ ਤਾਂ ਉਹ ਬਿਮਾਰ ਰਹਿਣ ਲੱਗ ਪੈਂਦੇ ਹਨ ਜਾਂ ਆਪਣੇ ਆਪ ਨੂੰ ਤਬਾਹ ਕਰਨ ਦੇ ਰਾਹ ਪੈ ਜਾਂਦੇ ਹਨ। ਜਦੋਂ ਉਮਰ ਦੇ ਪੱਖੋਂ ਅਸੀਂ ਜਵਾਨੀ ਤੋਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਬਦਲਦੀ ਹੋਈ ਸਥਿਤੀ ਨਾਲ ਇਕਸੁਰ ਹੋਣ ਦੀ ਥਾਂ ਅਸੀਂ ਜਵਾਨ ਬਣੇ ਰਹਿਣ ਦੀ ਜ਼ਿੱਦ ਕਰਦੇ ਹਾਂ ਅਤੇ ਆਪਣੀ ਸ਼ਕਲ ਸੂਰਤ ਅਤੇ ਸਮੁੱਚੇ ਵਿਹਾਰ ਨੂੰ ਬਨਾਵਟੀ ਬਣਾ ਲੈਂਦੇ ਹਾਂ। ਅਜਿਹੀ ਸਥਿਤੀ ਪੁਰਸ਼ਾਂ ਅਤੇ ਇਸਤਰੀਆਂ ਦੋਹਾਂ ਲਈ ਦਿਲਗੀਰੀ ਦਾ ਕਾਰਨ ਬਣਦੀ ਹੈ, ਪਰ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਇਸ ਸਥਿਤੀ ਤੋਂ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ। ਸੋ ਅੰਦਰਲੀ ਉਦਾਸੀ ਅਤੇ ਮਾਯੂਸੀ ਉਹਨਾਂ ਦੇ ਵਰਤਾਰੇ ਵਿੱਚ ਚਿੜਚਿੜੇਪਣ ਰਾਹੀਂ ਪ੍ਰਗਟ ਹੁੰਦੀ ਹੈ। ਇਸੇ ਉਮਰ ਦੀ ਉਦਾਸੀ ਨੂੰ ਟਾਲਣ ਲਈ ਇੱਕ ਵਾਰੀ ਫਿਰ ਗਹਿਣੇ ਅਤੇ ਕੱਪੜੇ ਬਣਵਾਉਣ ਦੀ ਪ੍ਰਵਿਰਤੀ ਉਛਾਲਾ ਮਾਰਦੀ ਹੈ। ਜਵਾਨ ਹੋ ਰਹੇ ਬੱਚੇ ਨੂੰ ਵੇਖ ਕੇ ਪ੍ਰਸੰਨਤਾ ਹੁੰਦੀ ਹੈ, ਪਰ ਨਾਲ ਹੀ ਉਦਾਸੀ ਵੀ ਹੁੰਦੀ ਹੈ, ਕਿਉਂਕਿ ਬੱਚਿਆਂ ਦੀ ਉਮਰ ਮਾਵਾਂ ਦੀ ਆਪਣੀ ਉਮਰ ਦਾ ਭੇਦ ਪ੍ਰਗਟਾਉਂਦੀ ਹੈ। ਵੱਧਦੀ ਉਮਰ ਕਾਰਨ ਦੂਜਿਆਂ ਦਾ ਸਾਡੇ ਵੱਲ ਧਿਆਨ ਅਤੇ ਸਾਡੇ ਵਿੱਚ ਦਿਲਚਸਪੀ ਘਟਦੀ ਹੈ ਤਾਂ ਇਹ ਸਭ ਕੁਝ ਸੁਭਾਵਿਕ, ਪਰ ਸੁਭਾਵਿਕ ਨੂੰ ਸਵੀਕਾਰ ਕਰਨਾ ਹੀ ਤਾਂ ਸਭ ਤੋਂ ਵੱਧ ਮੁਸ਼ਕਿਲ ਹੁੰਦਾ ਹੈ। ਜਿਨ੍ਹਾਂ ਵਿੱਚ ਵਧੇਰੇ ਹਰਮਨ ਪਿਆਰਾ ਹੋਣ ਦੀ ਤਾਂਘ ਹੁੰਦੀ ਹੈ, ਉਹ ਆਪਣੀ ਤਾਂਘ ਦੇ ਅਧੂਰੇ ਰਹਿ ਜਾਣ ਕਰਕੇ ਆਪਣੇ ਹੀ ਢੰਗ ਨਾਲ ਉਦਾਸ ਹੁੰਦੇ ਹਨ। ਜਦੋਂ ਕੋਈ ਵਿਅਕਤੀ ਉਦਾਸ ਹੋਵੇ ਤਾਂ ਉਸ ਦੀ ਕਾਰਜ ਕੁਸ਼ਲਤਾ ਤਾਂ ਘਟਦੀ ਹੈ, ਉਸ ਦਾ ਆਪਣੇ ਆਪ ਵਿੱਚ ਵਿਸ਼ਵਾਸ ਵੀ ਪਤਲਾ ਹੋ ਜਾਂਦਾ ਹੈ ਅਤੇ ਆਪਣੀਆਂ ਨਜ਼ਰਾਂ ਵਿੱਚ ਉਸ ਦਾ ਮਹੱਤਵ ਅਤੇ ਮੁੱਲ ਘਟਣ ਕਾਰਨ ਅਧੂਰੇ ਹੋਣ ਤੇ ਅਪਰਵਾਨ ਹੋਣ ਦੀ ਭਾਵਨਾ ਪ੍ਰਬਲ ਹੋ ਜਾਂਦੀ ਹੈ ਅਤੇ ਉਹ ਦਿਲਗੀਰ ਹੋ ਜਾਂਦਾ ਹੈ। ਇਸਤਰੀਆਂ ਦੇ ਸਰੀਰਕ ਗੇੜ ਵਾਂਗ ਪੁਰਸ਼ਾਂ ਨੂੰ ਵੀ ਉਦਾਸੀ ਦੇ ਗੇੜ ਵਿੱਚੋਂ ਲੰਘਣਾ ਪੈਂਦਾ ਹੈ, ਪਰ ਬਹੁਤੇ ਵਿਅਕਤੀ ਰੁਝੇਵਿਆਂ ਕਾਰਨ ਅਜਿਹੀ ਸਥਿਤੀ ਪ੍ਰਤੀ ਸੁਚੇਤ ਨਹੀਂ ਰਹਿੰਦੇ। ਪਰ ਉਹ ਇਹ ਉਦਾਸੀ ਜਦੋਂ ਸੰਘਣਾ ਰੂਪ ਧਾਰਨ ਕਰ ਲਵੇ ਤਾਂ ਕਿਸੇ ਗੰਭੀਰ ਬਿਮਾਰੀ ਜਾਂ ਕਿਸੇ ਹੋਰ ਅਲਾਮਤ ਰਾਹੀਂ ਪ੍ਰਗਟ ਹੋ ਜਾਂਦੀ ਹੈ। ਇਸ ਪੱਖ ਤੋਂ ਅਤੇ ਆਰਾਮ ਦੇ ਅਨੁਪਾਤ ਨੂੰ ਸਾਵਾਂ ਬਣਾ ਕੇ ਉਦਾਸੀ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਹੈ, ਪਰ ਵਧੇਰੇ ਚੰਗਾ ਇਹ ਹੀ ਹੋਵੇਗਾ ਕਿ ਉਦਾਸੀ ਤੋਂ ਬਚਣ ਦੀ ਥਾਂ ਇਸ ਨੂੰ ਹੰਢਾਇਆ ਜਾਵੇ। ਇਸਤਰੀਆਂ ਵਿੱਚ ਅਜਿਹੀ ਯੋਗਤਾ ਵਧੇਰੇ ਹੁੰਦੀ ਹੈ, ਸੋ ਉਹ ਜੀਵਨ ਨਾਲ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਇਕਸੁਰ ਹੁੰਦੀਆਂ ਹਨ। ਪਿੰਡਾਂ ਤੋਂ ਸ਼ਹਿਰਾਂ ਵੱਲ ਵਸੋਂ ਦਾ ਰੁਝਾਨ ਲੋਕਾਂ ਨੂੰ ਪ੍ਰਾਕਿਰਤਿਕ ਆਲੇ ਦੁਆਲੇ ਨਾਲੋਂ ਤੋੜ ਕੇ ਬਨਾਵਟੀ ਆਲੇ ਦੁਆਲੇ ਵੱਲ ਧਕੇਲ ਰਿਹਾ ਹੈ। ਸ਼ਹਿਰਾਂ ਵਿੱਚ ਜੀਵਨ ਦੀ ਰਫ਼ਤਾਰ, ਖਾਦ ਖੁਰਾਕ, ਆਰਾਮ ਅਤੇ ਮਾਨਸਿਕ ਵਿਕਾਸ ਸਹਿਜ ਗਤੀ ਵਾਲਾ ਨਹੀਂ ਹੁੰਦਾ। ਸੋ ਸ਼ਹਿਰਾਂ ਵਿੱਚ ਅਤੇ ਵਿਸ਼ੇਸ਼ ਕਰਕੇ
ਵੱਡੇ ਸ਼ਹਿਰਾਂ ਵਿੱਚ ਮਾਨਸਿਕ ਸਮੱਸਿਆਵਾਂ ਵਧੇਰੇ ਹਨ ਅਤੇ ਉਹਨਾਂ ਦੇ ਵਧੇਰੇ ਜਟਿਲ ਹੋਣ ਕਾਰਨ ਦਿਲਗੀਰੀ ਦੀ ਭਾਵਨਾ ਵਧੇਰੇ ਹੈ। ਪਹਿਲਾਂ ਮਨੁੱਖ ਜਿਹੜਾ ਕੰਮ ਕਰਦੇ ਸਨ ਉਹ ਆਰੰਭ ਤੋਂ ਅੰਤ ਤੱਕ ਕਰਦੇ ਸਨ, ਪਰ ਹੁਣ ਅਸੀਂ ਸਾਰਾ ਕੰਮ ਨਹੀਂ ਕਰਦੇ, ਵੱਡੇ ਕੰਮ ਦਾ ਇੱਕ ਛੋਟਾ ਜਿਹਾ ਭਾਗ ਹੀ ਕਰਦੇ ਹਾਂ। ਕਾਰਖਾਨੇ ਵਿੱਚ ਮਜ਼ਦੂਰ ਵੱਡੀ ਮਸ਼ੀਨ ਦਾ ਕੇਵਲ 1 ਜਾਂ 2 ਪੁਰਜੇ ਬਣਾਉਂਦਾ ਜਾਂ ਜੋੜਦਾ ਹੈ। ਇਸ ਪ੍ਰਵਿਰਤੀ ਨੇ ਸਾਡੇ ਕੋਲੋਂ ਸਮੁੱਚਤਾ ਦਾ ਸੰਕਲਪ ਅਤੇ ਅਨੁਭਵ ਖੋਹ ਲਏ ਹਨ ਅਤੇ ਇਹ ਨਤੀਜਾ ਹੋਇਆ ਕਿ ਅਸੀਂ ਆਪਣੇ ਆਪ ਨੂੰ ਟੁੱਟਿਆ ਹੋਇਆ, ਨਿਗਾਉਣਾ ਜਿਹਾ, ਬਦਲਿਆ ਜਾ ਸਕਣ ਵਾਲਾ ਭਾਗ ਜਾਂ ਵਿਅਕਤੀ ਸਮਝਣ ਲੱਗ ਪੈਂਦੇ ਹਾਂ। ਬੁਢਾਪਾ ਜੀਵਨ ਦੀ ਇੱਕ ਅਜਿਹੀ ਅਵਸਥਾ ਹੈ ਜਿਸ ਦਾ ਭਵਿੱਖ ਨਹੀਂ ਹੁੰਦਾ। ਕਈ ਬੁਢਾਪੇ ਨੂੰ ਦੂਜਾ ਬਚਪਨ ਕਹਿੰਦੇ ਹਨ ਕਿਉਂਕਿ ਬੁੱਢੇ ਆਪਣੇ ਬਚਪਨ ਦੀਆਂ ਅਧੂਰੀਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਵਧੇਰੇ ਤਤਪਰ ਹੋ ਜਾਂਦੇ ਹਨ। ਜਿਉਂ-ਜਿਉਂ ਵਿਅਕਤੀ ਬੁੱਢਾ ਹੁੰਦਾ ਜਾਂਦਾ ਹੈ ਉਸ ਦੇ ਚੇਤੇ ਵਿੱਚ ਆਪਣਾ ਬਚਪਨ ਵਧੇਰੇ ਸਪਸ਼ਟ ਵਿਖਾਈ ਦੇਣ ਲੱਗ ਪੈਂਦਾ ਹੈ ਅਤੇ ਬੁੱਢੇ ਬੱਚਿਆਂ ਵਾਂਗ ਹੀ ਲਾਲਚੀ ਅਤੇ ਜ਼ਿੱਦੀ ਹੋ ਨਿਬੜਦੇ ਹਨ। ਦੱਬੀਆਂ ਖੁਆਇਸ਼ਾਂ ਪੂਰਤੀ ਲਈ ਤਾਂਘਦੀਆਂ ਹਨ। ਇਸੇ ਕਰਕੇ ਕਈ ਬੁੱਢੇ ਬੱਚਿਆਂ ਵਾਂਗ ਕੁਝ ਖਾਣ ਜਾਂ ਪ੍ਰਾਪਤ ਕਰਨ ਦੀ ਵਧੇਰੇ ਰੁਚੀ ਵਿਖਾਉਂਦੇ ਹਨ। ਉਹਨਾਂ ਦੀਆਂ ਅਜਿਹੀਆਂ ਆਦਤਾਂ ਨਾਲ ਘਰ ਦੇ ਬਾਕੀ ਜੀਆਂ ਵਿੱਚ ਦਿਲਗੀਰੀ ਵੱਧਦੀ ਹੈ। ਅਜਿਹੇ ਵਿਅਕਤੀ ਆਪਣੇ ਬਜ਼ੁਰਗਾਂ ਦੀ ਮੌਤ ਨੂੰ ਉਡੀਕਣ ਲੱਗ ਪੈਂਦੇ ਹਨ, ਪਰ ਬੁੱਢਿਆਂ ਉੱਤੇ ਸਮਾਜਿਕ ਦਬਾਅ ਘਟਣ ਕਰਕੇ ਚਿੰਤਾ ਮੁਕਤ ਹੋ ਕੇ ਉਹਨਾਂ ਲਈ ਜਿਉਣਾ ਸੌਖਾ ਹੋ ਜਾਂਦਾ ਹੈ। ਅਜਿਹੇ ਬੁੱਢਿਆਂ ਦੀ ਹੋਂਦ ਨਾਲ ਦਿਲਗੀਰੀ ਦੇ ਨਾਲ ਅਕੇਵਾਂ ਵੀ ਵੱਧਦਾ ਹੈ। ਕਿਸੇ ਉਦੇਸ਼ ਵਿੱਚ ਸਫਲਤਾ ਨਾਲ ਵੀ ਅਸੀਂ ਉਦਾਸ ਹੋ ਜਾਂਦੇ ਹਾਂ ਕਿਉਂਕਿ ਸਫਲ ਹੋਣ ਉਪਰੰਤ ਰੁੱਝੇ ਰਹਿਣ ਦਾ ਕੋਈ ਆਧਾਰ ਨਹੀਂ ਰਹਿੰਦਾ। ਨਿਸ਼ਾਨਾ ਰਾਹ ਵਿੱਚੋਂ ਹਟ ਜਾਣ ਨਾਲ ਜੀਵਨ ਉਦੇਸ਼ਹੀਨ ਪ੍ਰਾਪਤ ਹੋਣ ਲੱਗਦਾ ਹੈ। ਕਿਸੇ ਅੰਤਲੇ ਇਮਤਿਹਾਨ ਵਿੱਚ ਪਾਸ ਹੋਣ ਉਪਰੰਤ, ਵਿਆਹ ਕਰਵਾਉਣ ਉਪਰੰਤ ਵੀ ਕੁਝ ਚਿਰ ਲਈ ਉਦਾਸ ਹੋ ਜਾਂਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਸਫਲਤਾ ਦੇ ਸੰਬੰਧ ਵਿੱਚ ਅਸੀਂ ਜੋ ਕਿਆਸਿਆ ਹੁੰਦਾ ਹੈ ਉਹ ਜਿਹਾ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਅਗਲੇ ਯਤਨ ਨਿਰਾਰਥਕ ਪ੍ਰਤੀਤ ਹੁੰਦੇ ਹਨ ਅਤੇ ਆਪਣੇ ਆਪ ਬਾਰੇ ਸਾਡੀ ਰਾਏ ਨੀਵੀਂ ਹੋ ਜਾਂਦੀ ਹੈ। ਕਈ ਵਾਰੀ ਅਸੀਂ ਵੱਡੇ ਨੁਕਸਾਨ ਸਹਿਜੇ ਹੀ ਬਰਦਾਸ਼ਤ ਕਰ ਲੈਂਦੇ ਹਾਂ, ਪਰ ਮਗਰੋਂ ਵਾਪਰੀ ਕੋਈ ਨਿੱਕੀ ਜਿਹੀ ਘਟਨਾ ਸਾਨੂੰ ਉਦਾਸ ਕਰ ਦਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਵੱਡੇ ਨੁਕਸਾਨ ਵੇਲੇ ਅਸੀਂ ਉਦਾਸੀ ਨੂੰ ਮੁਲਤਵੀ ਕਰ ਦਿੱਤਾ ਹੁੰਦਾ ਹੈ ਕਿਉਂਕਿ ਉਸ ਸਮੇਂ ਵਧੇਰੇ ਲੋਕ ਸਾਡੇ ਵਿਹਾਰ ਨੂੰ ਵੇਖ ਰਹੇ ਹੁੰਦੇ ਹਨ। ਜਦੋਂ ਵੀ ਸਾਨੂੰ ਇਕੱਲੇ ਹੋਣ ਦਾ ਅਵਸਰ ਮਿਲਦਾ ਹੈ ਤਾਂ ਕੋਈ ਨਿੱਕੀ ਜਿਹੀ ਗੱਲ ਸੁੱਤੀ ਹੋਈ ਉਦਾਸੀ ਨੂੰ ਜਗਾ ਦਿੰਦੀ ਹੈ। ਕਿਸੇ ਦੇ ਮਰਨ ਜਾਂ ਦੂਰ ਚਲੇ ਜਾਣ ਜਾਂ ਵਿਛੋੜੇ ਦਾ ਅਨੁਭਵ ਵਿਸ਼ਵ ਵਿਆਪੀ ਹੈ। ਮਾਪੇ ਮਰ ਜਾਂਦੇ ਹਨ, ਦੋਸਤ ਮਿੱਤਰ ਦੂਰ ਚਲੇ ਜਾਂਦੇ ਹਨ, ਪਰ ਪਾਲਤੂ ਜਾਨਵਰ ਸਾਡੀ ਅਣਗਹਿਲੀ ਕਾਰਨ ਸਾਡੇ ਹੱਥੋਂ ਜਾਂਦੇ ਰਹਿੰਦੇ ਹਨ। ਬੱਚੇ ਆਪਣੇ ਆਲ੍ਹਣੇ ਦੂਰ ਕਿਸੇ ਥਾਂ ਪਾ ਲੈਂਦੇ ਹਨ ਤੇ ਮਾਪੇ ਇਕੱਲੇ ਰਹਿ ਜਾਂਦੇ ਹਨ। ਇਹੋ ਜਿਹੇ ਸਮੇਂ ਜੀਵਨ ਦੀਆਂ ਸਾਰੀਆਂ ਦੁਖਦਾਈ ਘਟਨਾਵਾਂ ਕਲਪਨਾ ਵਿੱਚ ਸਾਡੀ ਪਰਿਕਰਮਾ ਕਰਦੀਆਂ ਹਨ। ਭੁੱਖ ਘੱਟ ਲੱਗਦੀ ਹੈ, ਨੀਂਦਰ ਘੱਟ ਆਉਂਦੀ ਹੈ, ਰੁਝੇਵੇਂ ਅਰਥਪੂਰਨ ਨਹੀਂ ਲੱਗਦੇ। ਸੋ ਇਸ ਅਵਸਥਾ ਵਿੱਚ ਉਦਾਸ ਹੋਣਾ ਸੁਭਾਵਿਕ ਹੈ। ਉਦਾਸੀ ਜਾਂ ਦਿਲਗੀਰੀ ਬਹੁਤਾ ਉਹਨਾਂ ਨੂੰ ਹੀ ਦੁਖੀ ਕਰਦੀ ਹੈ ਜਿਹੜੇ ਇਸ ਜੀਵਨ ਦਾ ਅਨਿੱਖੜ ਅਨੁਭਵ ਮੰਨਣ ਤੋਂ ਇਨਕਾਰੀ ਹੁੰਦੇ ਹਨ। ਦੁੱਖ ਬਿਨਾਂ ਸੁੱਖ ਦੀ ਕੀ ਪਛਾਣ। ਜਿਹੜੇ ਵਿਅਕਤੀ ਨੇ ਬਚਪਨ ਅਤੇ ਜਵਾਨੀ ਵਿੱਚ ਔਖੇ ਦਿਨ ਵੇਖੇ ਹੋਣ ਉਹਨਾਂ ਵਿੱਚ ਉਦਾਸੀ ਨੂੰ ਸਹਿਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਜਿਨ੍ਹਾਂ ਨੂੰ ਸੌਖੀਆਂ ਜਿੱਤਾਂ ਦੀ ਆਦਤ ਹੁੰਦੀ ਹੈ ਉਹਨਾਂ ਦੇ ਪੈਰ ਜੀਵਨ ਦੀ ਧਰਤੀ ਉੱਤੋਂ ਜਲਦੀ ਉਖੜਦੇ ਹਨ। ਜਿਹੜੇ ਪ੍ਰਕਿਰਤੀ ਦੇ ਨੇੜੇ ਵਸਦੇ ਹਨ ਉਹ ਉਦਾਸੀ ਨੂੰ ਬਹੁਤ ਹੀ ਸਹਿਜੇ ਨਾਲ ਸਵੀਕਾਰ ਕਰਦੇ ਹਨ, ਪਰ ਜਿਹੜੇ ਪ੍ਰਕਿਰਤੀ ਤੋਂ ਦੂਰ ਹਨ ਉਹ ਆਪਣੇ ਆਪ ਨੂੰ ਗੂੰਦ ਦੇ ਦਰਿਆ ਵਿੱਚ ਅਨੁਭਵ ਕਰਦੇ ਹਨ ਜਿੱਥੇ ਉਹ ਨਾ ਤਰ ਸਕਦੇ ਹਨ ਅਤੇ ਨਾ ਹੀ ਡੁੱਬਦੇ ਹਨ। ਧੰਨਵਾਦ ਦੋਸਤੋ। ਲੇਖ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਸ ਬਾਰੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਸਾਡੇ ਚੈਨਲ ਦੀਆਂ ਗਤੀਵਿਧੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ, ਇਹ ਜੇ ਚੰਗੀਆਂ ਲੱਗਦੀਆਂ ਨੇ ਤਾਂ ਇਹਦੇ ਬਾਰੇ ਪ੍ਰਤੀਕਿਰਿਆ ਜ਼ਰੂਰ ਦਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।